ਸਿਵਜੇ। ਰਾਮ ਕਲੇ ਮਹੱਲਾ ਪੰਜਵਾ। ਸਿੰਚ ਹੈ ਦਰਬ ਦੇਹ ਦੁਖ ਲੋਗ, ਤੇਰਾ ਕਾਜ ਨ ਅਵਰਾ ਜੋਗ। ਸਿੰਚ ਹੈ ਦਰਬ ਦੇਹ ਦੁਖ ਲੋਗ, ਤੇਰਾ ਕਾਜ ਨ ਅਵਰਾ ਜੋਗ। ਕਾਰ ਅਹੰਕਾਰ ਹੋਏ ਵਰਤ ਹੈ ਅੰਧ, ਜਮ ਕੀ ਜੇਵੜੇ ਤੂੰ ਆਗੈ ਬੰਧ। ਛਾੜ ਵਿਡਾਣੇ ਤਾਤ ਮੂੜੈ, ਇਹਾ ਬਸਨਾ ਰਾਤ ਮੂੜੈ। ਮਾਇਆ ਕੇ ਮਤ ਤੈ ਉਠ ਚਲਨਾ, ਰਾਚ ਰਹਿਓ ਤੂੰ ਸੰਗ ਸੁਪਨਾ। ਰਹਾਉ ਬਾਲ ਵਿਵਸਥਾ ਬਾਰਕ ਅੰਧ, ਭਾਰ ਜੋਵਨ ਲਾਗਾ ਦੁਰਗੰਧ। ਤ੍ਰਿਤ ਬਵਸਥਾ ਸਿੰਚੇ ਮਾਏ, ਬਿਰਦ ਭਇਆ ਛੋੜ ਚੱਲਿਓ ਪਛਤਾਏ। ਚਰੰਕਾਲ ਪਾਏ ਦੁਰਲਭ ਦੇਹ, ਨਾਮ ਵਿਹੂਣੇ ਹੋਈ ਖੇਹ। ਪਸ਼ੂ ਪ੍ਰੇਤ ਮੁਗਧ ਤੇ ਬੁਰੇ, ਤਿਸ ਹੈ ਨ ਬੂਝੈ ਜਿਨ ਇਹ ਸਿਰੇ। ਸੁਣ ਕਰਤਾਰ ਗੋਵਿੰਦ ਗੋਪਾਲ, ਦੀਨ ਦਇਆਲ ਸਦਾ ਕਿਰਪਾਲ। ਤੁਮ ਹੈ ਛਡਾਵੋ ਛੁਟਕ ਹੈ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ। ਤੁਮ ਹੈ ਛਡਾਵੋ ਛੁਟਕ ਹੈ ਬੰਧ, ਬਖਸ਼ ਮਿਲਾਵੋ ਨਾਨਕ ਜਗ ਅੰਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु सबरूप गुरु खालसा साध संगत जियो। दिन दुनिया दे मालक जगत गुरु श्री गुरु ग्रंथ साहिब जी महाराज जी की पवित्र पावन हजूरी च अमृत वेले तो हाजरियां भर के सतगुरु नौवें पातशाह दे पावन पवित्र सचखंड दरबार अंदर नतमस्तक हो के आप जी अपने जीवन दियां कुछ घड़ियां गुरु लेखे ला के सफला कर रहे। सतगुरां दी अमृतमयी तुरकी बाणी श्री आसा जी दी वार दे शब्द कीर्तन रागी ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਕੀਰਤਨ ਤੋਂ ਉਪਰੰਤ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਸੰਸਾਰ ਦੇ ਜਿਤਨੇ ਵੀ ਕਰਮ ਹਨ ਉਹਨਾਂ ਕਰਮ ਕਾਂਡਾਂ ਦਾ ਜ਼ਿਕਰ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਕਰਦੇ ਹਨ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ ਅਦਕ ਅਹੰਗ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ।
ਬਹੁਤ ਸਾਰੇ ਕਰਮਾਂ ਦਾ ਜ਼ਿਕਰ ਸਤਿਗੁਰਾਂ ਨੇ ਇਸ ਸ਼ਬਦ ਵਿੱਚ ਕੀਤਾ। ਮੋਨ ਪਿਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਇਹ ਜਿਤਨੇ ਕਰਮ ਕਾਂਡ ਹਨ, ਇਹਨਾਂ ਸਾਰੇ ਕਰਮਾਂ ਚੋਂ ਸਭ ਤੋਂ ਉੱਤਮ ਕਰਮ ਗੁਰੂ ਅਰਜਨ ਦੇਵ ਸਾਹਿਬ ਨੇ ਸਤ ਸੰਗਤ ਵਿੱਚ ਹਰੀ ਦੀ ਕੀਰਤੀ ਕਰਨ ਨੂੰ ਕਿਹਾ ਹੈ। ਹਰ ਕੀਰਤ ਸਾਧ ਸੰਗਤ ਹੈ ਉਤਮ, ਸਿਰ ਕਰਮਨ ਕੈ ਕਰਮਾ। ਸਾਧ ਸੰਗਤ ਵਿੱਚ ਆ ਕੇ ਹਰੀ ਦਾ ਕੀਰਤਨ ਕਰਨਾ, ਹਰੀ ਦੀ ਕੀਰਤੀ ਕਰਨੀ, ਹਰੀ ਦੀ ਮਹਿਮਾ ਕਰਨੀ। ਦੁਨੀਆ ਦੇ ਜਿਤਨੇ ਕਰਮ ਨੇ ਉਹਨਾਂ ਸਾਰੇ ਕਰਮਾਂ ਚੋਂ ਸ਼੍ਰੋਮਣੀ ਕਰਮ ਹੈ। ਪਰ ਇਹ ਕਰਮ ਮਿਲਦਾ ਕਿਹਨਾਂ ਨੂੰ ਹੈ, ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਜਿਹਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ ਨੇ, ਕਰਮ ਚੰਗੇ ਹਨ, ਉਹਨੂੰ ਇਸ ਕਰਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਆਪ ਸਾਰੇ ਸਤ ਸੰਗੀਆਂ ਦਾ ਕੋਈ ਪੂਰਬਲੇ ਜਨਮਾਂ ਦਾ ਕਰਮ ਅੱਗੇ ਆਇਆ ਹੈ, ਜਿਸ ਦਾ ਫਲ ਸਵਰੂਪ ਗੁਰੂ ਸੰਗਤ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੇ ਮਹੱਲਾ ਪੰਜਵਾ। ਸਿੰਚ ਹੈ ਦਰਬ ਦੇਹ ਦੁਖ ਲੋਗ। ਰਾਮ ਕਲੀ ਰਾਗ ਹੈ, ਯੋਗੀਆਂ ਦਾ ਪ੍ਰਿਯਤਮ ਰਾਗ ਹੈ। ਬਹੁਤ ਸਾਰੇ ਯੋਗੀਆਂ ਨਾਲ ਸਿੱਧਾਂ ਨਾਲ ਚਰਚਾ ਸਤਿਗੁਰਾਂ ਜੀ ਦੀ ਰਾਮ ਕਲੀ ਰਾਗ ਵਿੱਚ ਹੀ ਹੋਈ ਹੈ। ਰਾਮ ਕਲੀ ਰਾਗ ਯੋਗੀਆਂ ਦਾ ਬੜਾ ਪਿਆਰਾ ਰਾਗ ਹੈ। ਗਰੀਬ ਨਵਾਜ ਸਤਿਗੁਰੂ ਜੀ ਰਾਮ ਕਲੀ ਰਾਗ ਵਿੱਚ ਪਾਵਨ ਬਚਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ। ਸਿੰਚਹਿ ਦਰਬ ਦੇਹ ਦੁਖ ਲੋਗ। ਲੋਕਾਂ ਨੂੰ ਦੁੱਖ ਦੇ ਕੇ, ਤਕਲੀਫ ਦੇ ਕੇ, ਆਹਤ ਕਰਕੇ ਇਹ ਮਨੁੱਖ ਪੈਸਾ ਇਕੱਠਾ ਕਰਦਾ, ਧਨ ਇਕੱਠਾ ਕਰਦਾ। ਦਰਬ ਨਾਮ ਹੈ ਧਨ ਦਾ, ਸੰਪਤੀ ਦਾ, ਵਿਭੂਤੀ ਦਾ। ਬਹੁਤ ਸਾਰੇ ਦੁਨੀਆ ਦੇ ਲੋਕਾਂ ਨੂੰ ਦੁੱਖ ਦੇ ਕੇ ਇਕੱਠਾ ਕਰਦਾ। ਕਈਆਂ ਦੇ ਗਲ ਵੱਢਦਾ, ਕਈਆਂ ਦਾ ਹੱਕ ਖੋਹਦਾ, ਕਈਆਂ ਨੂੰ ਠੱਗਦਾ, ਕਈਆਂ ਕੋਲੋਂ ਚੋਰੀ ਕਰਦਾ। ਤੇ ਜਿਹਦੇ ਕੋਲੋਂ ਠੱਗਦਾ ਹੈ, ਜਿਹਦੇ ਕੋਲੋਂ ਕਿਸੇ ਨੂੰ ਕੋਈ ਤਕਲੀਫ ਦੇ ਕੇ ਲੈਂਦਾ ਹੈ, ਉਹ ਤਰੀਕਾ, ਉਹ ਪ੍ਰਕਾਰ ਹੈ ਦੁੱਖ। ਜਦੋਂ ਕੋਈ ਠੱਗਿਆ ਜਾਂਦਾ, ਉਹ ਅਸੀਸ ਥੋੜੀ ਦਿੰਦਾ ਵੀ ਮੈਨੂੰ ਇਹਨੇ ਠੱਗ ਲਿਆ। ਬਾਦ ਅਸੀਸ ਹੀ ਦਿੰਦਾ ਨਾ। ਉਹ ਬਾਦ ਅਸੀਸ ਕਿਉਂ ਦੇ ਰਿਹਾ? ਕਿਉਂਕਿ ਉਹ ਦੁਖੀ ਹੋਇਆ, ਆਹਤ ਹੋਇਆ। ਕਿਸੇ ਨੂੰ ਦੁੱਖ ਦੇ ਕੇ, ਤਕਲੀਫ ਦੇ ਕੇ, ਡਰਾਵਾ ਦੇ ਕੇ, ਭੈ ਤੇ ਸਹਿਮ ਦੇ ਕੇ ਉਹਦੇ ਕੋਲੋਂ ਧਨ ਐਂਟਣਾ, ਇਹ ਵੀ ਕਿਸੇ ਨੂੰ ਦੁੱਖ ਦੇ ਕੇ ਹੀ ਐਂਟਣਾ ਹੈ ਨਾ। ਕਈਆਂ ਨੇ ਤਾਂ ਧਰਮ ਦੇ ਨਾਮ ਤੇ ਲੋਕਾਂ ਨੂੰ ਭੈ ਗ੍ਰਸਤ ਕਰਕੇ, ਡਰਾ ਕੇ ਉਹਨਾਂ ਕੋਲੋਂ ਧਨ ਇਕੱਠਾ ਕਰਨਾ ਸ਼ੁਰੂ ਕੀਤਾ। ਤੁਸੀਂ ਆਖੋਗੇ ਉਹ ਕਿਵੇਂ? ਡਰਾ ਦੇਣਾ ਵੀ ਤੇਰਾ ਮਾੜਾ ਸਮਾਂ ਆਉਣ ਵਾਲਾ ਹੈ,
ਚੰਗਾ ਭਲਾ ਬੰਦਾ ਹੋਵੇ ਉਹਨੂੰ ਜਾ ਕੇ ਡਰਾ ਦੇਣਾ, ਤੇਰੇ ਤੇ ਔਖਾ ਵੇਲਾ ਆਉਣ ਵਾਲਾ, ਬਈ ਮਾੜਾ ਸਮਾਂ ਆਉਣ ਵਾਲਾ, ਉਹ ਅਗਲਾ ਡਰਿਆ ਹੋਇਆ ਕਹਿੰਦਾ ਦੱਸੋ ਮਹਾਰਾਜ। ਇਹ ਡਰ ਤਾਂ ਤਕਰੀਬਨ ਸਭ ਦੇ ਦਿਲ ਵਿੱਚ ਹੁੰਦਾ ਵੀ ਕਿਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਤਕਲੀਫ ਨਾ ਆਵੇ। ਹੁਣ ਇਸ ਸਮੇਂ ਵਿੱਚ ਕੋਈ ਆ ਕੇ ਕਹਿ ਦੇਵੇ ਵੀ ਆਏਗੀ ਤਕਲੀਫ ਤੇ ਬੰਦਾ ਡਰੇਗਾ, ਉਹ ਤਾਂ ਪਹਿਲਾਂ ਹੀ ਭੈ ਭੀਤ ਹੁੰਦਾ। ਫਿਰ ਪੁੱਛਦਾ ਜੀ ਦੱਸੋ ਕੀ ਕਰਾਂ। ਫਿਰ ਇਹ ਅੱਗੋਂ ਉਹਨੂੰ ਕਈ ਪ੍ਰਕਾਰ ਦੇ ਕਰਮ ਦੱਸਦਾ ਵੀ ਇਦਾਂ ਕਰੋ, ਇਹ ਕਰੋ, ਇੱਥੇ ਇੰਨਾ ਧਨ ਦਾਨ ਕਰੋ, ਇੱਥੇ ਆਹ ਚੀਜ਼ ਲਿਆਓ। ਇਦਾਂ ਲੋਕਾਂ ਨੂੰ ਦੁੱਖ ਦੇ ਕੇ, ਤਕਲੀਫ ਦੇ ਕੇ, ਧਰਮ ਦੇ ਨਾਮ ਦੇ ਉੱਤੇ ਵੀ ਬਹੁਤੇ ਲੋਕ ਧਨ ਇਕੱਠਾ ਕਰਨ 'ਚ ਲੱਗੇ ਹੋਏ ਹੈ। ਇਹ ਸਮਾਜ ਇੰਨਾ ਜ਼ਿਆਦਾ ਨਿੱਘਰ ਚੁੱਕਾ ਹੈ, ਕਲੀ ਕਾਲ ਦਾ ਸਮਾਂ ਹੈ, ਸਭ ਨੂੰ ਆਪੋ ਆਪਣੇ ਸਵਾਰਥ ਨੂੰ ਸਿੱਧ ਕਰਨ ਵਿੱਚ ਸਭ ਦਾ ਧਿਆਨ ਇਸੇ ਪਾਸੇ ਹੈ ਕਿ ਕਿਸੇ ਤਰੀਕੇ ਮੇਰਾ ਕੰਮ, ਮੇਰਾ ਉੱਲੂ ਸਿੱਧਾ ਹੋਣਾ ਚਾਹੀਦਾ, ਉਹਦੇ ਲਈ ਹਜ਼ਾਰਾਂ ਨੂੰ ਉੱਲੂ ਬਣਾਉਣਾ ਪਵੇ, ਕੋਈ ਗੱਲ ਨਹੀਂ। ਧਰਮ ਇਹ ਨਹੀਂ ਸਿਖਾਉਂਦਾ। ਧਰਮ ਜੀਵ ਨੂੰ ਇਹਨਾਂ ਸਾਰੇ ਬੰਧਨਾਂ ਤੋਂ ਸੁਤੰਤਰ ਕਰਦਾ ਹੈ। ਪਾਤਸ਼ਾਹ ਕਹਿੰਦੇ ਤੂੰ ਲੋਕਾਂ ਨੂੰ ਦੁੱਖ ਤੇ ਤਕਲੀਫ ਦੇ ਕੇ ਧਨ ਇਕੱਠਾ ਕਰਦਾ ਹੈ, ਇਸ ਭੁਲੇਖੇ ਵਿੱਚ ਵੀ ਇਕੱਠਾ ਕੀਤਾ ਹੋਇਆ ਧਨ ਮੇਰੇ ਵਾਸਤੇ ਸੁਖਦਾਈ ਹੋਵੇਗਾ ਤਾਂ ਇਹ ਤੇਰਾ ਭੁਲੇਖਾ ਹੈ। ਜੇ ਕਿਸੇ ਨੂੰ ਦੁੱਖ ਤੇ ਤਕਲੀਫ ਦੇ ਕੇ ਇਕੱਠਾ ਕੀਤਾ ਤਾਂ ਉਹ ਤੈਨੂੰ ਵੀ ਤਕਲੀਫ ਹੀ ਦੇਵੇਗਾ, ਦੁੱਖ ਹੀ ਦੇਵੇਗਾ, ਸੁੱਖ ਨਹੀਂ। ਤਕਲੀਫ ਦੇਵੇਗਾ, ਸੁੱਖ ਨਹੀਂ। ਭੁਲੇਖਾ ਹੈ ਬੰਦੇ ਨੂੰ ਕਿ ਬਹੁਤ ਸਾਰਾ ਧਨ ਇਕੱਠਾ ਕੀਤਿਆਂ ਮੈਂ ਸੁਖੀ ਹੋ ਸਕਦਾ। ਪਾਤਸ਼ਾਹ ਕਹਿੰਦੇ ਸੁਖ ਨਾਹੀਂ ਬਹੁਤਾ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ ਭਰਮਾਈਐ। ਇਹਨਾਂ ਚੀਜ਼ਾਂ 'ਚ ਸੁਖ ਨਹੀਂ। ਇਹ ਭੁਲੇਖਾ ਹੈ, ਭਰਮ ਹੈ ਕਿ ਤੈਨੂੰ ਇਹਦੇ 'ਚ ਸੁਖ ਪ੍ਰਾਪਤ ਹੋਵੇਗਾ। ਹਾਂ ਠੀਕ ਹੈ, ਹਰ ਇੱਕ ਪ੍ਰਾਣੀ ਮਾਤਰ ਨੂੰ ਜੀਵਨ ਦੇ ਨਿਰਵਾਹ ਵਾਸਤੇ ਧਨ ਦੀ ਲੋੜ ਹੁੰਦੀ ਹੈ। ਜੀਵਨ ਦੇ ਨਿਰਵਾਹ ਵਾਸਤੇ ਧਨ ਚਾਹੀਦਾ, ਧਨ ਵਾਸਤੇ ਜੀਵਨ ਨਹੀਂ ਚਾਹੀਦਾ ਕਿ ਜੀਵਨ ਹੀ ਧਨ ਵਾਸਤੇ ਬੰਦਾ ਖਚਤ ਕਰ ਦੇਵੇ। ਨਿਰਵਾਹ ਮਾਤਰ ਵਾਸਤੇ ਤੇ ਸਭ ਨੂੰ ਚਾਹੀਦਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਪਾਵਨ ਬਾਣੀ ਦਾ ਗ੍ਰੰਥ ਲਿਖਿਆ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬਹਿ ਕੇ ਉਸ ਪਵਿੱਤਰ ਗ੍ਰੰਥ ਦਾ ਨਾਮ ਹੈ ਸ੍ਰੀ ਸਰਬਲੋਹ ਪ੍ਰਕਾਸ਼ ਗ੍ਰੰਥ। ਉਹਦੇ ਵਿੱਚ ਗੁਰਦੇਵ ਨੇ ਪ੍ਰਾਰੰਭ ਦੇ ਵਿੱਚ ਹੀ ਇਹ ਬਚਨ ਲਿਖੇ। ਪਾਤਸ਼ਾਹ ਕਹਿੰਦੇ ਆਦਿ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ, ਤਿਸ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਪਰਮਾਤਮਾ ਦੀ ਇੱਕ ਮਾਇਆ ਦਾ ਨਾਮ ਹੈ ਧਨ। ਪਰਮੇਸ਼ਰ ਦੀ ਮਾਇਆ ਬਹੁ ਪ੍ਰਕਾਰ ਦੀ ਹੈ, ਬਹੁ ਰੰਗੀ ਮਾਇਆ। ਉਹਦੇ ਚੋਂ ਇੱਕ ਪ੍ਰਕਾਰ ਹੈ ਧਨ, ਰੁਪਈਆ, ਪੈਸਾ। ਇਹ ਕੇਵਲ ਇੱਕ ਪ੍ਰਕਾਰ ਹੈ, ਸਾਰੀ ਮਾਇਆ ਇਹਨੂੰ ਨਹੀਂ ਕਹਿੰਦੇ, ਇੱਕ ਪ੍ਰਕਾਰ ਹੈ। ਕਹਿੰਦੇ ਵੀ ਪਰਮੇਸ਼ਰ ਦੀ ਹੈ। ਇਹਦੇ ਬਿਨਾਂ ਵੀ ਜਿਹੜੇ ਜੀਵ ਨੇ ਉਹਨਾਂ ਦਾ ਸਰਦਾ ਨਹੀਂ ਇੱਕ ਛਿਨ ਮਾਤਰ ਵੀ। ਔਰ ਗ੍ਰਸਤੀਆਂ ਦਾ ਕੋਈ ਵੀ ਕੰਮ, ਗ੍ਰਸਤੀਆਂ ਦਾ ਕਿਉਂ, ਬਿਹੰਗਮਾਂ ਦੇ ਵੀ ਬਹੁਤ ਸਾਰੇ ਕੰਮ ਇਹਦੇ ਤੋਂ ਬਿਨਾਂ ਹੁੰਦੇ ਨਹੀਂ। ਗ੍ਰਸਤੀ ਨੂੰ ਤਾਂ ਚਾਹੀਦੀ ਹੈ, ਪਰ ਜਿਹੜੇ ਬਿਹੰਗਮ ਨੇ ਗ੍ਰਸਤੀ ਨਹੀਂ, ਇਹ ਤਾਂ ਉਹਨਾਂ ਨੂੰ ਵੀ ਚਾਹੀਦੀ ਹੈ, ਉਹਨਾਂ ਦਾ ਵੀ ਇਹਦੇ ਬਿਨਾਂ ਨਹੀਂ ਸਰਦਾ। ਢਿੱਲ ਮੱਠ ਹੋ ਜੇ ਸਰੀਰ ਨੂੰ ਤਾਂ ਵੀ ਉਹਨਾਂ ਨੂੰ ਚਾਹੀਦੀ ਹੈ, ਤਨ ਤੇ ਕੱਪੜਾ ਆਦਿਕ ਪਾਉਣਾ ਤਾਂ ਵੀ ਚਾਹੀਦੀ ਹੈ। ਠੀਕ ਹੈ, ਗ੍ਰਸਤੀ ਨਾਲੋਂ ਬਹੁਤ ਘੱਟ ਜ਼ਰੂਰਤਾਂ ਹੋਣਗੀਆਂ ਉਹਨਾਂ ਦੀਆਂ, ਪਰ ਅੱਜ ਦੇ ਸਮੇਂ ਵਿੱਚ ਤਾਂ ਵੱਧ ਜ਼ਰੂਰਤਾਂ ਗ੍ਰਸਤੀਆਂ ਨਾਲੋਂ ਉਹਨਾਂ ਬਿਹੰਗਮਾਂ ਦੀਆਂ ਹੋਈਆਂ ਪਈਆਂ ਨੇ। ਸਮਾਂ ਇਹੋ ਜਿਹਾ ਆ ਗਿਆ ਕਿ ਉਨੀ ਗ੍ਰਸਤੀਆਂ ਦੇ ਹਿਰਦੇ ਵਿੱਚ ਇੱਛਾ ਨਹੀਂ ਹੁੰਦੀ ਇਹਨੂੰ ਇਕੱਠਾ ਕਰਨ ਦੀ, ਜਿੰਨੀ ਉਹਨਾਂ ਸੰਨਿਆਸੀਆਂ ਨੂੰ ਲੱਗੀ ਹੋਈ।
ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਗ੍ਰਿਸਤਨ ਤੇ ਵੱਧ ਦੋਵੇਂ ਨ ਲੱਗੀ। ਕਹਿੰਦੇ ਆ ਜਿਹੜੇ ਸੰਨਿਆਸੀ ਨੇ ਘਰ-ਬਾਰ ਛੱਡ ਕੇ ਵਿਰਕਤ ਹੋਏ, ਗ੍ਰਸਤੀਆਂ ਨਾਲੋਂ ਵੱਧ ਅੱਗ ਇਹਨਾਂ ਨੂੰ ਲੱਗੀ ਹੋਈ ਹੈ ਜੋੜਨ ਦੀ। ਗ੍ਰਸਤਨ ਤੇ ਵੱਧ ਦੌ ਕਹਿੰਦੇ ਨੇ ਅੱਗ ਨੂੰ, ਅੱਗ ਇਹਨਾਂ ਨੂੰ ਲੱਗੀ ਗ੍ਰਸਤੀਆਂ ਤੋਂ ਵੱਧ। ਗ੍ਰਸਤੀ ਨੂੰ ਤਾਂ ਚਾਹੀਦੀ ਹੈ। ਹਾਂ, ਜਿੱਥੇ ਜ਼ਰੂਰਤ ਹੈ ਉੱਥੇ ਦੀ ਲੋੜ ਵੀ ਹੈ। ਬਹੁਤ ਸਾਰੇ ਕਾਰਿਆ ਇਸੇ ਨਾਲ ਹੀ ਹੋਣੇ ਹਨ, ਪਰ ਜਦੋਂ ਇਹਨੂੰ ਬੰਦਾ ਇਕੱਠਾ ਕਰਨ ਦੀ ਬਿਰਤੀ ਰੱਖਦਾ ਵੀ ਮੈਂ ਇਹਨੂੰ ਜੋੜਾਂ, ਇਕੱਤਰ ਕਰਾਂ, ਤੇ ਜੋੜਨ ਵਾਸਤੇ ਲੋਭੀ ਹੁੰਦਾ, ਲਾਲਚੀ ਹੁੰਦਾ। ਤੇ ਜਦੋਂ ਬੰਦਾ ਲੋਭੀ ਹੁੰਦਾ, ਲਾਲਚੀ ਹੁੰਦਾ, ਉਦੋਂ ਫਿਰ ਪਾਪ ਵੀ ਕਰਦਾ। ਹੁਣ ਜਦੋਂ ਪਾਪ ਕਰੇਗਾ, ਕਿਸੇ ਨੂੰ ਦੁੱਖ ਦੇਵੇਗਾ, ਠੱਗੀ ਪਾਪ ਹੈ ਨਾ, ਕਿਸੇ ਨੂੰ ਦੁੱਖ ਦੇ ਕੇ ਹੀ ਠੱਗੇਗਾ। ਰਿਸ਼ਵਤ ਲਏਗਾ, ਪਾਪ ਹੈ, ਉਹ ਵੀ ਕਿਸੇ ਨੂੰ ਦੁੱਖ ਦੇ ਕੇ ਹੀ ਲਵੇਗਾ। ਤੋ ਬਹੁਤ ਸਾਰੇ ਦੁੱਖ ਦੇ ਕੇ ਅਨੇਕ ਪ੍ਰਕਾਰ ਦੇ ਲੋਕਾਂ ਨੂੰ ਮਹਾਰਾਜ ਜੀ ਕਹਿੰਦੇ, ਸੱਜਣਾ ਤੂੰ ਧਨ ਇਕੱਠਾ ਕਰਦਾ ਹੈ, ਇਸ ਮਾਇਆ ਨੂੰ ਇਕੱਤਰ ਕਰਦਾ ਹੈ। ਤੇਰਾ ਕਾਜ ਨ ਅਵਰਾ ਜੋਗ। ਪਾਤਸ਼ਾਹ ਕਹਿੰਦੇ ਤੇਰਾ ਕਾਜ ਨਾ, ਉਹ ਜਿਹੜਾ ਧਨ ਹੈ ਤੇਰੇ ਕੰਮ ਤਾਂ ਨਹੀਂ ਆਇਆ, ਤੂੰ ਇਕੱਠਾ ਕਰਦਿਆਂ ਮਰ ਗਿਆ, ਮੁੱਕ ਗਿਆ। ਜਿਵੇਂ ਮੱਖੀਆਂ ਨੇ ਸ਼ਹਿਦ ਇਕੱਠਾ ਕੀਤਾ, ਇਕੱਠਾ ਕਰਦੀਆਂ ਹੰਬ ਗਈਆਂ, ਚੋ ਕੇ ਸ਼ਹਿਦ ਕੋਈ ਹੋਰ ਲੈ ਗਿਆ, ਉਹਨਾਂ ਦੇ ਮੁੱਖ ਵਿੱਚ ਫਿਰ ਕੁਝ ਨਾ ਪਿਆ। ਏਦਾਂ ਤੂੰ ਇਕੱਠਾ ਕਰਦਾ ਰਹਿ ਗਿਆ, ਤੇਰੇ ਕੰਮ ਨਹੀਂ ਆਇਆ ਉਹ। ਤੇਰੇ ਮਰਨ ਤੋਂ ਬਾਅਦ ਅਵਰਾ ਜੋਗ, ਉਹ ਧਨ ਕਿਸੇ ਹੋਰ ਜੋਗੇ ਤੂੰ ਇਕੱਠਾ ਕਰਕੇ ਚਲਾ ਗਿਆ ਵੀ ਕੋਈ ਹੋਰ ਸਾਂਭੇਗਾ, ਕੋਈ ਹੋਰ ਖਰਚੇਗਾ, ਤੇਰੇ ਕੰਮ ਤਾਂ ਨਹੀਂ ਨਾ ਆਇਆ। ਨਸੀਹਤਨਾਮੇ ਚ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਾਦਸ਼ਾਹ ਨੂੰ, ਦਮੜਾ ਤਿਸੀ ਕਾ ਜੋ ਖਰਚਾ ਰਖਾਵੈ। ਬਾਦਸ਼ਾਹ ਕਹਿੰਦੇ ਤਾਂ ਜਿਹਨੇ ਖਰਚ ਲਿਆ ਖਾ ਲਿਆ, ਬਸ ਉਹੀ ਹੈ, ਉਸੇ ਦਾ ਹੈ। ਬਾਕੀ ਆਈ ਮੌਤ ਸਰ ਪਰ ਨਾ ਮੇਰਾ ਨਾ ਤੇਰਾ, ਜਦੋਂ ਮੌਤ ਆ ਗਈ ਨਾ ਮੇਰਾ ਨਾ ਤੇਰਾ। ਫਿਰ ਤਾਂ ਇਹਨੂੰ ਵਿਹਾਜਣ ਵਾਲੇ, ਇਹਨੂੰ ਸਾਂਭਣ ਵਾਲੇ ਹੋਰ ਆ ਗਏ। ਹੋਰਨਾਂ ਵਾਸਤੇ ਤੂੰ ਇਕੱਠਾ ਕਰਦਾ ਰਿਹਾ, ਤੇਰੇ ਕਿਸੇ ਕੰਮ ਨਹੀਂ ਆਇਆ। ਕਾਰ ਅਹੰਕਾਰ ਹੋਏ ਵਰਤ ਹੈ ਅੰਧ। ਹੰਕਾਰ ਦੇ ਹਨੇਰੇ ਵਿੱਚ ਅੰਨਾ ਹੋਇਆ ਵਰਤਦਾ। ਹੰਕਾਰ ਦੇ ਹਨੇਰੇ ਵਿੱਚ ਅੰਨਾ ਹੋ ਕੇ ਸੰਸਾਰ ਵਿੱਚ ਵਰਤਦਾ ਹੈ। ਜਮ ਕੇ ਜੇਵੜੇ ਤੂੰ ਆਗੇ ਬੰਧ। ਪਾਤਸ਼ਾਹ ਕਹਿੰਦੇ ਜਮਾਂ ਨੇ ਜੇਵੜੀ ਨਾਲ, ਜੇਵੜੀ ਕਹਿੰਦੇ ਰੱਸੀ ਨੂੰ, ਇਸ ਜੀਵ ਨੂੰ ਇਹਦੇ ਕੀਤੇ ਹੋਏ ਕਰਮਾਂ ਨਾਲ ਹੀ ਬੰਨ੍ਹ ਕੇ, ਕਰਮਾਂ ਦੀ ਰੱਸੀ ਨਾਲ ਬੰਨ੍ਹ ਕੇ ਇਹਨੂੰ ਅੱਗੇ ਲੈ ਕੇ ਜਾਣਾ ਹੈ। ਛਾੜ ਵਡਾਣੀ ਤਾਤ ਮੂੜੇ। ਉਹ ਮੂਰਖਾ, ਛਾਡਾ ਬਗਾਨੀ ਤਾਤ ਆਪਣੇ ਹਿਰਦੇ 'ਚ ਰੱਖੀ ਬੈਠਾ ਹੈ, ਈਰਖਾ ਨਾਲ ਸੜੀ ਜਾਨਾ, ਦਵੈਸ਼ ਨਾਲ ਭੁੱਜੀ ਜਾਨਾ। ਇਸ ਬਗਾਨੀ ਤਾਤ ਨੂੰ ਆਪਣੇ ਹਿਰਦੇ 'ਚੋਂ ਛੱਡ ਦੇ। ਇਹਾ ਬਸਨਾ ਰਾਤ ਮੂੜੇ। ਸੱਜਣਾ, ਇੱਥੇ ਕਿਹੜਾ ਤੂੰ ਪੱਕਾ ਟਿਕਾਣਾ ਕਰਕੇ ਬਹਿ ਰਹਿਣਾ, ਇੱਕ ਰਾਤ ਦਾ ਤੇਰਾ ਇੱਥੇ ਵਸਣਾ। ਜ਼ਿੰਦਗੀ ਕੇਵਲ ਇੱਕ ਰਹਿਣ, ਇੱਕ ਰਾਤ, ਇੱਕ ਰਾਤ ਦਾ ਇੱਥੇ ਵਸਣਾ ਔਰ ਚਲਿਆ ਜਾਣਾ। ਇਹਾਂ ਬਸਨਾ ਰਾਤ ਮੂੜੇ। ਐ ਮੂਰਖਾ, ਇਹ ਸੰਸਾਰ ਦੇ ਵਿੱਚ ਤੇਰੀ ਜ਼ਿੰਦਗੀ ਕੇਵਲ ਇੱਕ ਰਾਤ ਦੀ ਹੈ। ਮਾਇਆ ਕੇ ਮਤੇ ਤੈ ਉੱਠ ਚੱਲਣ। ਇਹ ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਮਨੁੱਖ, ਤੈਂ ਇਹ ਸੰਸਾਰ ਤੋਂ ਉੱਠ ਕੇ ਚਲਿਆ ਜਾਣਾ, ਤੈਂ ਉੱਠ ਚੱਲਣਾ। ਇਹ ਸੰਸਾਰ ਤੋਂ ਤੈਂ ਉੱਠ ਕੇ ਚਲਿਆ ਜਾਣਾ ਹੈ। ਰਾਚ ਰਹਿਓ ਤੂੰ ਸੰਗ ਸੁਪਨਾ। ਤੂੰ ਸੁਪਨਿਆਂ ਨਾਲ ਰਚਿਆ ਹੋਇਆ,
ਜੋ ਸੁਪਨਾ ਉਹਨੂੰ ਸੱਚ ਸਮਝੀ ਬੈਠਾ। ਇਹ ਜੀਵਨ ਇੱਕ ਸੁਪਨਾ ਹੀ ਹੈ। ਜਿਹੜੇ ਜ਼ਿੰਦਗੀ ਦੇ ਪਲ ਲੰਘ ਗਏ ਨੇ ਪਿੱਛੇ 10 20 30 40 50 ਸਾਲ, ਜਿੰਨੀ ਵੀ ਸਾਡੀ ਜ਼ਿੰਦਗੀ ਦੇ ਸਮੇਂ ਨੂੰ ਅਸੀਂ ਚੇਤੇ ਕਰੀਏ ਤੇ ਸਾਨੂੰ ਇਉਂ ਹੀ ਪ੍ਰਤੀਤ ਹੁੰਦਾ ਵੀ ਜਿਵੇਂ ਇੱਕ ਸੁਪਨਾ ਜਿਹਾ ਹੀ ਸੀ। ਹੁਣ ਉਹ ਸਭ ਕੁਝ ਸੁਪਨੇ ਵਾਂਗੂ ਹੀ ਪ੍ਰਤੀਤ ਹੁੰਦਾ। ਸੁਪਨੇ ਜਿਉਂ ਭਏ, ਹਾਂ ਸੁਪਨਾ ਹੀ ਸੀ ਨਾ। ਵਰਤਮਾਨ ਦੇ ਸਮੇਂ 'ਚ ਸਾਨੂੰ ਉਹ ਸੁਪਨਾ ਪ੍ਰਤੀਤ ਨਹੀਂ ਹੁੰਦਾ। ਜਿਹੜਾ ਸਮਾਂ ਲੰਘ ਗਿਆ ਉਹ ਸੁਪਨੇ ਵਾਂਗੂ ਪ੍ਰਤੀਤ ਹੁੰਦਾ ਹੁਣ ਸਾਨੂੰ। ਉਹ ਚਾਵਲੇ ਜੇ ਸੁਪਨੇ ਵਾਂਗੂ ਪ੍ਰਤੀਤ ਹੁੰਦੇ ਆ। ਪਾਤਸ਼ਾਹ ਕਹਿੰਦੇ ਤੂੰ ਉਸ ਸੁਪਨੇ ਨੂੰ ਹੀ ਸੱਚ ਕਰਕੇ ਸਮਝੀ ਬੈਠਾ। ਰਾਚ ਰਹਿਓ ਤੂੰ ਸੰਗ ਸੁਪਨਾ, ਸੁਪਨੇ ਦੇ ਨਾਲ ਤੂੰ ਰਚਿਆ ਹੋਇਆ ਔਰ ਸੁਪਨੇ ਨੂੰ ਹੀ ਸੱਚ ਕਰਕੇ ਸਮਝੀ ਬੈਠਾ ਹੈ। ਰਹਾਉ ਬਾਲ ਬਵਸਥਾ ਬਾਰਿਕ ਅੰਧ। ਪਹਿਲਾਂ 12 ਸਾਲ ਜ਼ਿੰਦਗੀ ਦੇ ਬਾਲਪਨੇ ਵਿੱਚ ਅੰਧਪੁਣੇ 'ਚ ਬੀਤ ਗਏ। ਬੱਚੇ ਨੂੰ ਕੋਈ ਸਮਝ ਨਹੀਂ, ਕੋਈ ਸੋਝੀ ਨਹੀਂ। ਖੇਡਾਂ ਪਿਆਰੀਆਂ ਹਨ, ਉਹਦੇ 'ਚ ਵਿਅਸਤ ਹੈ। ਖਾਣਾ ਪੀਣਾ ਪਿਆਰਾ, ਉਹਦੇ 'ਚ ਵਿਅਸਤ ਹੈ। ਬਾਲਕਪੁਣੇ ਦੀ ਜਿਹੜੀ ਵਿਵਸਥਾ ਸੀ, ਅਵਸਥਾ ਸੀ, ਮਹਾਰਾਜ ਜੀ ਕਹਿੰਦੇ ਉਹ ਅੰਧਪੁਣੇ ਵਿੱਚ, ਅਗਿਆਨਤਾ ਵਿੱਚ ਬੀਤ ਗਈ। ਪਰ ਜੋਬਨ ਲਾਗਾ ਦੁਰਗੰਧ। ਬਚਪਨ ਤੋਂ ਬਾਅਦ ਜਵਾਨੀ ਆਈ ਤੇ ਜਵਾਨੀ 'ਚ ਦੁਰਗੰਧੀ ਨਾਲ ਲੱਗ ਗਿਆ। ਦੁਰਗੰਧ ਦਾ ਮਤਲਬ ਹੁੰਦਾ ਵਿਸ਼ਿਆਂ ਦੀ ਦੁਰਗੰਧੀ ਤੇ ਵਿਕਾਰਾਂ ਦੀ ਦੁਰਗੰਧੀ ਵਿੱਚ ਖਚਤ ਹੋ ਗਿਆ। ਜਦੋਂ ਜਵਾਨੀ ਆਈ, ਬਚਪਨ ਅਣਜਾਣਪੁਣੇ 'ਚ ਬੀਤ ਗਿਆ, ਜਵਾਨੀ ਵਿਸ਼ਿਆਂ ਵਿਕਾਰਾਂ ਦੀ ਦੁਰਗੰਧੀ ਦੇ ਵਿੱਚ ਬੀਤ ਗਈ। ਤ੍ਰਿਤਿ ਬਵਸਥਾ ਸਿੰਚੇ ਮਾਏ। ਜਵਾਨੀ ਤੇ ਬੁਢੇਪੇ ਦੇ ਵਿਚਕਾਰ ਵੀ ਇੱਕ ਅਵਸਥਾ ਆਉਂਦੀ ਹੈ, ਉਹਨੂੰ ਕਹਿੰਦੇ ਆ ਅੱਧ ਖੜ ਜੀ ਅਵਸਥਾ। ਉਸ ਅੱਧ ਖੜੀ ਅਵਸਥਾ ਨੂੰ ਵੀ ਤੀਜੀ ਅਵਸਥਾ ਮਹਾਰਾਜ ਜੀ ਦੱਸਦੇ, ਜਿਹੜੀ ਜਵਾਨੀ ਤੇ ਬੁਢੇਪੇ ਦੇ ਵਿਚਕਾਰਲੀ ਇੱਕ ਕੜੀ ਹੁੰਦੀ। ਪਾਤਸ਼ਾਹ ਕਹਿੰਦੇ ਉਸ ਉਮਰ ਦੇ ਵਿੱਚ ਇਹ ਧਨ ਇਕੱਠਾ ਕਰਨ ਦੇ ਵਿੱਚ ਸਮਾਂ ਬਤੀਤ ਕਰਦਾ। ਤ੍ਰਿਤੀ ਵਿਵਸਥਾ ਸਿੰਚੇ ਮਾਏ। ਜਵਾਨੀ ਵਿੱਚ ਕਹਿੰਦਾ ਚਲੋ ਖਰਚੋ, ਜਵਾਨੀ ਤੋਂ ਬਾਅਦ ਫਿਰ ਕਹਿੰਦਾ ਹੁਣ ਇਕੱਠਾ ਕਰੋ, ਸਿੰਚੋ, ਤੇ ਫਿਰ ਇਕੱਤਰ ਕਰਨ ਵਿੱਚ ਆਪਣਾ ਉਹ ਸਮਾਂ ਬਤੀਤ ਕਰਦਾ ਹੈ। ਬਿਰਧ ਭਇਆ ਛੋੜ ਚੱਲਿਓ ਪਛਤਾਏ। ਫਿਰ ਜਦੋਂ ਬਿਰਧ ਅਵਸਥਾ ਆਈ, ਬੁਢੇਪਾ ਆਇਆ, ਬੁਢੇਪੇ ਵਿੱਚ ਜੋ ਇਕੱਠਾ ਕੀਤਾ ਸੀ ਪਹਿਲਾਂ, ਉਹ ਹੁਣ ਸਭ ਕੁਝ ਛੱਡ ਕੇ ਚੱਲਿਆ। ਹੁਣ ਮਨ 'ਚ ਰਹਿ ਗਿਆ ਪਛਤਾਵਾ ਵੀ ਮੈਂ ਹੁਣ ਛੱਡ ਕੇ ਜਾ ਰਿਹਾ। ਪਹਿਲਾਂ ਇਕੱਤਰ ਕਰਦਾ ਵੀ ਬੁਢੇਪੇ 'ਚ ਖਾਵਾਂਗੇ, ਬੁਢੇਪੇ ਵਿੱਚ ਫਿਰ ਯਤਨ ਕਰਦਾ ਵੀ ਹੁਣ ਇਹ ਸਰੀਰ ਸੰਭਾਲ ਕੇ ਰੱਖੀਏ। ਫਿਰ ਸਰੀਰ ਸਾਥ ਨਹੀਂ ਦਿੰਦਾ। ਅਖੀਰ ਨੂੰ ਸਭ ਕੁਝ ਛੱਡ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ ਔਰ ਮਨ 'ਚ ਕੇਵਲ ਪਛਤਾਵਾ ਰਹਿ ਜਾਂਦਾ ਹੈ। ਚਿਰੰਕਾਲ ਪਾਈ ਦੁਰਲਭ ਦੇ। ਪਾਤਸ਼ਾਹ ਕਹਿੰਦੇ ਜਿਹੜੀ ਦੁਰਲਭ ਦੇ ਹੈ ਨਾ, ਦੁਰਲਭ ਜਿਹੜੀ ਮੁੜ ਕੇ ਨਾ ਮਿਲੇ, ਉਹਨੂੰ ਕਹਿੰਦੇ ਨੇ ਦੁਰਲਭ। ਜਿਸ ਨੂੰ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋਵੇ ਉਹਨੂੰ ਕਹਿੰਦੇ ਨੇ ਦੁਰਲਭ। ਪਾਤਸ਼ਾਹ ਕਹਿੰਦੇ ਆ ਜਿਹੜੀ ਮਨੁੱਖਾ ਦੇਹ ਹੈ ਨਾ, ਬੜੇ ਲੰਮੇ ਅਰਸੇ ਤੋਂ, ਕਈ ਜਨਮਾਂ ਦੀ ਯਾਤਰਾ ਤੋਂ ਬਾਅਦ ਜਾ ਕੇ ਪ੍ਰਾਪਤ ਹੋਈ। ਕਈ ਜਨਮ ਬੀਤ ਗਏ, ਕਈ ਜਨਮਾਂ ਦੀ ਲੰਮੀ ਯਾਤਰਾ ਤੋਂ ਬਾਅਦ ਜਾ ਕੇ ਇਹ ਦੁਰਲਭ ਦੇਹ ਦੀ ਪ੍ਰਾਪਤੀ ਹੋਈ। ਨਾਮ ਬਿਹੋਣੇ ਹੋਏ ਖੇ। ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਖੇਚ ਰਲ ਜਾਣੀ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਖੇ ਹੀ ਹੈ ਨਾ, ਭਾਵੇਂ ਦੁਰਲਭ ਦੇਹ ਹੀ ਕਿਉਂ ਨਹੀਂ ਹੋਵੇ।
ਜੇ ਪਰਮੇਸ਼ਰ ਦਾ ਭਜਨ ਹੀ ਨਹੀਂ ਕੀਤਾ ਤੇ ਫਿਰ ਇਹ ਖੇ ਰੂਪ ਹੈ। ਪਸ਼ੂ ਪਰੇਤ ਮੁਗਧ ਤੇ ਬੁਰੇ। ਪਾਤਸ਼ਾਹ ਕਹਿੰਦੇ ਫਿਰ ਇਹੋ ਜੀ ਦੇਹ ਤਾਂ ਪਸ਼ੂਆਂ ਪ੍ਰੇਤਾਂ ਤੇ ਮੂਰਖਾਂ ਤੋਂ ਵੀ ਬੁਰੀ ਹੈ। ਇਹੋ ਜਿਹੇ ਮਨੁੱਖ ਨਾਲੋਂ ਜਿਹੜਾ ਪਰਮੇਸ਼ਰ ਦੇ ਭਜਨ ਤੋਂ ਵਿਹੂਣਾ ਉਹਦੇ ਨਾਲੋਂ ਤਾਂ ਪਸ਼ੂ ਚੰਗੇ ਨੇ, ਪ੍ਰੇਤ ਚੰਗੇ ਨੇ, ਮੂਰਖ ਚੰਗੇ ਨੇ। ਇਹੋ ਜੀ ਦੇਹ ਕਿਸ ਕੰਮ ਦੀ? ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਿਸ ਕੰਮ ਦੀ ਉਹ ਦੇਹ? ਮੁਰਦਾ ਹੀ ਹੈ ਫਿਰ ਤਾਂ। ਮੁਗਧਾਂ ਤੋਂ ਵੀ ਮੂਰਖਾਂ ਤੋਂ ਵੀ ਉਹ ਦੇਹ ਬੁਰੀ ਹੈ। ਜਿਸ ਹੈ ਨ ਬੂਝੈ ਜਿਨ ਇਹ ਸਿਰੇ। ਪਾਤਸ਼ਾਹ ਕਹਿੰਦੇ ਜਿਸ ਨੇ ਇਸ ਦੇਹ ਨੂੰ ਸਿਰਜਿਆ ਉਹਨੂੰ ਨਹੀਂ ਬੁੱਝਦਾ, ਜਿਹਨੇ ਬਣਾਇਆ ਉਹਨੂੰ ਨਹੀਂ ਜਾਣਦਾ। ਕਿਰਤ ਨਾਲ ਜੁੜਿਆ ਕਰਤੇ ਨੂੰ ਨਹੀਂ ਜਾਣਦਾ। ਗੁਰਮੁਖ ਤੇ ਮਨਮੁਖ 'ਚ ਕੀ ਫਰਕ ਹੈ? ਮਨਮੁਖ ਕਿਰਤ ਨਾਲ ਜੁੜਦਾ ਤੇ ਗੁਰਮੁਖ ਕਿਰਤ ਨੂੰ ਕਰਨ ਵਾਲੇ ਕਰਤੇ ਨਾਲ ਜੁੜਦਾ। ਉਹ ਕੇਵਲ ਕਰਤੇ ਦੀ ਆਸ ਰੱਖਦਾ। ਇਹ ਸਾਰਾ ਸੰਸਾਰ ਉਸ ਦੀ ਕਿਰਤ ਹੈ, ਉਹ ਕਰਤਾ ਹੈ। ਉਹ ਕਰਤੇ ਦੀ ਟੇਕ, ਕਰਤੇ ਦੀ ਆਸ ਰੱਖਦਾ ਜਿਹੜਾ ਗੁਰਮੁਖ ਹੈ। ਪਾਤਸ਼ਾਹ ਕਹਿੰਦੇ ਜਿਸ ਵਿਧਾਤੇ ਨੇ, ਜਿਸ ਪਰਮੇਸ਼ਰ ਨੇ ਇਸ ਦੇਹ ਨੂੰ ਸਿਰਿਆ ਉਹਨੂੰ ਨਹੀਂ ਬੁੱਝਦਾ। ਉਸ ਅਕਾਲ ਪੁਰਖ ਪਰਮੇਸ਼ਰ ਨੂੰ ਇਹ ਨਹੀਂ ਜਾਣਦਾ। ਸੋਣ ਕਰਤਾਰ ਗੋਵਿੰਦ ਗੋਪਾਲ। ਇਹ ਭਾਈ ਉਹ ਕਰਤਾਰ ਹੈ, ਸਾਰੇ ਜਗਤ ਦਾ ਮਾਲਕ ਹੈ, ਸੁਆਮੀ। ਉਹਦੇ ਹੱਥ ਵਿੱਚ ਸਭ ਦੀ ਡੋਰ ਹੈ, ਉਹਨੂੰ ਕਹਿੰਦੇ ਨੇ ਕਰਤਾਰ। ਹੇ ਗੋਬਿੰਦ, ਸੰਸਾਰ ਦੇ ਜੀਵਾਂ ਨੂੰ ਪਾਲਣ ਵਾਲੇ ਪਾਲਣਹਾਰ ਸੁਆਮੀ, ਸਾਡੀ ਤੇਰੇ ਚਰਨਾਂ 'ਚ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਸਾਡੀ ਬੇਨਤੀ ਸੁਣੋ। ਦੀਨ ਦਇਆਲ ਸਦਾ ਕਿਰਪਾਲ। ਮਹਾਰਾਜ ਜੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ, ਸਦਾ ਹੀ ਕਿਰਪਾ ਕਰਨ ਵਾਲੇ ਕਿਰਪਾਲ ਹੋ। ਸਾਡੇ ਤੇ ਵੀ ਦਇਆ ਕਰੋ, ਤਰਸ ਕਰੋ। ਤੁਮ ਹੈ ਛਡਾਵਹੁ ਛੁਟਕ ਹੈ ਬੰਧ। ਮਹਾਰਾਜ ਜੀ ਜਿਹੜੇ ਬੰਧਨ ਪਏ ਹੋਏ ਨੇ ਸਾਨੂੰ, ਕਈ ਜਨਮਾਂ ਦੇ ਬੰਧਨ ਪਏ ਹੋਏ ਨੇ, ਇਹ ਜੇ ਤੁਸੀਂ ਛੁਡਾਓਗੇ ਤਾਂ ਅਸੀਂ ਇਹਨਾਂ ਬੰਧਨਾਂ ਤੋਂ ਛੁੱਟ ਸਕਦੇ ਹਾਂ। ਜੇ ਤੁਸੀਂ ਛੁਡਾਓਗੇ ਤਾਂ ਅਸੀਂ ਇਹਨਾਂ ਬੰਧਨਾਂ ਤੋਂ ਛੁੱਟ ਸਕਦੇ ਹਾਂ, ਇਹਨਾਂ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ। ਬਖਸ਼ ਮੈਲਾਵਹੁ ਨਾਨਕ ਜਗ ਅੰਧ। ਅਖੀਰਲੀ ਪੰਕਤੀ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ, ਹੈ ਅਕਾਲ ਪੁਰਖ ਸਾਡੇ ਤੇ ਕਿਰਪਾ ਕਰਕੇ ਸਾਡੇ ਗੁਨਾਹ ਬਖਸ਼ ਲਓ ਔਰ ਸਾਨੂੰ ਅੰਨਿਆਂ ਨੂੰ ਆਪਣੇ ਨਾਲ ਮਿਲਾ ਕੇ ਅਭੇਦ ਕਰ ਲਵੋ। ਅੰਨਿਆਂ ਸਾਨੂੰ ਨਹੀਂ ਜੇ ਕੁਝ ਸੁਝਦਾ, ਆਪ ਜੀ ਦਇਆ ਕਰੋ, ਤਰਸ ਕਰਕੇ ਸਾਨੂੰ ਆਪਣੇ ਨਿਜ ਸਰੂਪ ਵਿੱਚ ਮਿਲਾ ਕੇ ਅਭੇਦ ਕਰ ਲਵੋ। ਮਹਾਰਾਜ, ਇਹ ਸਾਡੀ ਤੁਹਾਡੇ ਚਰਨਾਂ 'ਚ ਸਨਿਮਰ ਬੇਨਤੀ ਹੈ।